सतनाम श्री वाहिगुरु साहिब जीओ। ज्ञान ध्यान किछ कर्म ना जाना, नाहिन निर्मल करनी। साध संगत कै अंचल लावहो, भिखम नदी जाए तरनी। जेता समुंद सागर नीर भरिया, तेते अवगुण हमारे। दया करो किछ मेहर उपावो, डुबदे पत्थर तारे। सतगुरु गुरु ग्रंथ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਸਤਿਗੁਰਾਂ ਦੇ ਸਨਮੁਖ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ, गुरु की साजी साज की नवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन विरतियां कागर करके जुड़ करके बहन दी कृपालता करिए। समय और ਸਵਾਸਾਂ ਨੂੰ ਸਫਲਾ ਕਰਨਾ ਕਰੀਏ। ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ। ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕਰੀਏ। ਆਪ ਸੰਗਤ ਨੇ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕੀਤੀ ਹੈ, ਉਹ ਵਿਚਾਰ ਇਥੋਂ ਤੱਕ ਸੀ ਕਿ ਜਿਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਰਹੇਲੇ ਨਗਰ ਵਿਖੇ ਵਿਰਾਜਮਾਨ ਸਨ ਤੇ ਸਤਿਗੁਰੂ ਜੀ ਦੇ ਸਨਮੁਖ ਕਾਫੀ ਸਿੱਖ ਸੰਗਤ ਆ ਕੇ ਅਨੇਕ ਪ੍ਰਕਾਰ ਦੀਆਂ ਕੀਮਤੀ ਤੋਂ ਕੀਮਤੀ ਭੇਟਾਂ ਅਰਪਣ ਕਰ ਰਹੇ ਨੇ। सतगुरु जी ਦੀਆਂ खुशियां प्राप्त कर रहे ने ते सतगुरु जी की हरेक दियां झोलियां भरदे पए ने। ते जिहड़ी संगत सतगुरु दे दर्शन करदी है, रहेले नगर विखे सतगुरु छेवें पातशाह मेरी पीर दे धारणी सतगुरु हरगोबिंद महाराज छेवें पातशाह सतगुरु जी विराजमान है। ਹੁਣ ਜਿਹੜੀ ਸੰਗਤ ਸਤਿਗੁਰ ਦੇ ਦਰਸ਼ਨ ਰਹੇਲੇ ਨਗਰ ਵਿਖੇ ਕਰਦੀ ਹੈ ਤੇ ਉਹ ਸੰਗਤ ਜਾ ਕੇ ਅੰਮ੍ਰਿਤਸਰ ਦੀ ਧਰਤੀ ਤੇ ਦਰਸ਼ਨ ਕਰਦੀ, ਤਰਨ ਤਾਰਨ ਦੀ ਧਰਤੀ ਤੇ ਦਰਸ਼ਨ ਕਰਦੀ। ਇਸੇ ਤਰ੍ਹਾਂ ਸੰਗਤ ਸਤਿਗੁਰ ਦੇ ਦਰਸ਼ਨ ਕਰਕੇ ਕਹਿੰਦੇ ਇਧਰ ਤਰਨ ਤਾਰ ਦੀ ਧਰਤੀ ਤੇ ਗਈ ਸੰਗਤ ਤੇ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਈ, ਕਹਿੰਦੇ ਤਰਨ ਤਾਰ ਤੋਂ ਨਜ਼ਦੀਕ ਹੈ ਬੀੜ ਨਗਰ ਜਿੱਥੇ ਸਤਿਗੁਰੂ ਜੀ ਦੇ ਆਨੰਦ ਪਿਆਰੇ ਬਾਬਾ ਬੁੱਢਾ ਜੀ ਸ਼ਸ਼ੋਭਤ ਹਨ, ਜਿਨ੍ਹਾਂ ਵਿੱਚ ਗੁਰੂ ਸਾਹਿਬ ਦੇ ਵਿੱਚ ਤੇ ਬਾਬਾ ਬੁੱਢਾ ਜੀ ਵਿੱਚ ਕੋਈ ਅੰਤਰ ਨਹੀਂ, ਕੋਈ ਭੇਦ ਨਹੀਂ। ਤੇ ਸੰਗਤ ਨੇ ਵਿਚਾਰ ਕੀਤੀ ਚੱਲ ਕੇ ਬਾਬਾ ਬੁੱਢਾ ਜੀ ਦੇ ਵੀ ਦਰਸ਼ਨ ਕਰੀਏ ਦਰਬੀੜ ਸਾਹਿਬ ਵਿਖੇ। संगत गई, दर्शन कीते ने। सारी संगत नमस्कार करके बैठ गई। बाबा बुढ़ा जी ते भाई गुरदास जी पहले कहंदे गुरु नानक दे दर करदे प्रति विचारां करदे सन। गए ने, पहुंचे ने, देखिया, दर्शन कीते ने। तो उस वेले बड़ा आनंद प्राप्त आया। बाबा बुढ़ा जी ने सिख संगत तो पूछया, भाई संगते कितों आए हो ते किथे चले हो?
ਉਸ ਵੇਲੇ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਬਾਬਾ ਬੁੱਢਾ ਜੀ ਦੇ ਸਨਮੁਖ ਬੇਨਤੀ ਕੀਤੀ ਆ। ਕਹਿਣ ਲੱਗੇ, ਬਾਬਾ ਜੀ ਅਸੀਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਧਾਰਨੀ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਏ ਆ ਤੇ ਰੋਹਿਲੇ ਨਗਰ ਵਿਖੇ ਸਤਿਗੁਰੂ ਜੀ ਸ਼ਸ਼ੋਭਤ ਹੈ, ਬਿਰਾਜਮਾਨ ਹੈ। ਉੱਥੇ ਸਤਿਗੁਰੂ ਜੀ ਨੇ ਕਾਫੀ ਤੁਰਕਾਂ ਦੀ ਫੌਜ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਾਫੀ ਗਿਣਤੀ ਵਿੱਚ, ਵੱਡੀ ਤਦਾਦ ਦੇ ਵਿੱਚ ਵੈਰੀ ਚੜ੍ਹਾਈ ਕਰਕੇ ਆਏ ਸਨ। ਇਦਾਂ ਸਾਰਾ ਪ੍ਰਸੰਗ ਦੱਸਿਆ ਉਹਨਾਂ ਨੇ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਏ ਆ ਤੇ ਰੋਹਿਲੇ ਨਗਰ ਵਿਖੇ ਸਤਿਗੁਰੂ ਜੀ ਨਗਰ ਵਸਾ ਰਹੇ ਨੇ, ਵੱਡੇ ਕਿਲੇ ਦੀ ਉਸਾਰੀ ਕਰ ਰਹੇ ਨੇ ਤੇ ਸਾਰੀ ਸੰਗਤ ਤੋਂ ਸੁਖ ਸ਼ਾਂਤ ਪੁੱਛੀ ਹੈ। ਉਸ ਤੋਂ ਉਪਰੰਤ ਬਾਬਾ ਬੁੱਢਾ ਜੀ ਨੇ ਤੇ ਭਾਈ ਗੁਰਦਾਸ ਜੀ ਨੇ ਵੀ ਵਿਚਾਰ ਕੀਤੀ। ਕਹਿੰਦੇ ਆਪਾਂ ਵੀ ਚੱਲ ਕੇ ਦਰਸ਼ਨ ਕਰੀਏ ਸਤਿਗੁਰੂ ਜੀ ਦੇ। ਉਹਨਾਂ ਨੇ ਆ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਲੋਹਗੜ੍ਹ ਦੇ ਕਿਲੇ ਵਿਖੇ ਕਹਿੰਦੇ ਵੱਡੇ ਪਾਪੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ ਵਿੱਚ ਸਤਿਗੁਰੂ ਜੀ ਇੱਧਰ ਕਰਤਾਰਪੁਰ ਦੀ ਧਰਤੀ ਵੱਲ ਚਲੇ ਗਏ। ਹੁਣ ਰੋਹਿਲੇ ਨਗਰ ਵਿਖੇ ਸਤਿਗੁਰੂ ਦੀ ਸ਼ਸ਼ੋਭਤ ਹੈ। ਕਾਫੀ ਲੰਮਾ ਸਮਾਂ ਹੋ ਗਿਆ ਗੁਰੂ ਸਤਿਗੁਰੂ ਦੇ ਦਰਸ਼ਨ ਨਹੀਂ ਜੇ ਕੀਤੇ। ਚਲੋ ਚੱਲ ਕੇ ਦਰਸ਼ਨ ਕਰਨੇ ਆ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕਰਨੇ ਆ। ਤੇ ਭਾਈ ਗੁਰਦਾਸ ਬਾਬਾ ਬੁੱਢਾ ਜੀ ਉਹ ਸੰਗਤ ਦੇ ਵਿਦਾ ਹੋਣ ਤੋਂ ਉਪਰੰਤ ਕਹਿੰਦੇ ਆਪ ਇਧਰ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਤਿਆਰ ਬਰ ਤਿਆਰ ਹੋਏ ਨੇ। ਤੇ ਉਧਰੋਂ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਚੱਲ ਪਏ ਅੰਮ੍ਰਿਤਸਰ। ਇਧਰ ਆ ਕੇ ਦਰਬਾਰ ਸਾਹਿਬ ਵਿਖੇ ਇਹਨਾਂ ਨੇ ਦਰਸ਼ਨ ਦੀਦਾਰੇ ਕੀਤੇ। ਸਰੋਵਰ ਵਿਖੇ ਇਸ਼ਨਾਨ ਪਾਣ ਕੀਤਾ ਏ। ਬਾਅਦ ਵਿੱਚ ਸਤਿਗੁਰੂ ਦੀ ਕਿਰਪਾ ਨਾਲ ਇਥੋਂ ਕਹਿੰਦੇ ਜਦੋਂ ਤੁਰੇ ਆ ਤੇ ਰਸਤੇ ਵਿੱਚ ਇਹਨਾਂ ਨੂੰ 3 ਸਿੱਖ ਮਿਲੇ ਆ, ਜਿਨ੍ਹਾਂ ਦਾ ਨਾਮ ਭਾਈ ਜੋਧਾ ਜੀ, ਭਾਈ ਅਜਿੱਤਾ ਜੀ, ਭਾਈ ਜੀਵਾ ਜੀ। ਇਹ ਤਿੰਨੋਂ ਸਿੱਖ ਬਾਬਾ ਬੁੱਢਾ ਜੀ ਨੂੰ ਮਿਲੇ ਤੇ ਉਹਨਾਂ ਨੇ ਬੇਨਤੀ ਕੀਤੀ ਹੈ ਤੁਸੀਂ ਹੁਣ ਕਿੱਧਰ ਜਾ ਰਹੇ ਹੋ? ਸਤਿਗੁਰੂ ਦੀ ਕਿਰਪਾ ਨਾਲ ਬਾਬਾ ਬੁੱਢਾ ਜੀ ਨੇ ਦੱਸਿਆ ਅਸੀਂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਦੇ ਦਰਸ਼ਨ ਕਰਨ ਜਾ ਰਹੇ ਹਾਂ ਰੋਹਿਲੇ ਨਗਰ ਵਿਖੇ। ਉਹ ਤਿੰਨੋਂ ਸਿੱਖ ਕਹਿੰਦੇ ਅਸੀਂ ਵੀ ਚੱਲਣਾ, ਸਾਨੂੰ ਵੀ ਨਾਲ ਲੈ ਕੇ ਚੱਲੋ। ਤਿੰਨੋਂ ਸਿੱਖ ਉਹ ਹੋ ਗਏ, ਦੋਨੋਂ ਜਣੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਹੋ ਗਏ। ਹੁਣ 5 ਜਣੇ ਸਤਿਗੁਰੂ ਜੀ ਦੇ ਦਰਸ਼ਨ ਪਰਸਨ ਵਾਸਤੇ ਤੁਰੇ ਜਾ ਰਹੇ ਨੇ। ਰਾਸਤੇ ਵਿੱਚ ਪੜਾਓ ਕਰਦੇ ਕਰਦੇ ਆਖਰਕਾਰ ਬਿਆਸਾ ਨਦੀ ਤੇ ਰੋਹਿਲੇ ਨਗਰ ਦੇ ਕੁਝ ਕੁ ਨਜ਼ਦੀਕ ਪਹੁੰਚ ਗਏ ਨੇ। ਤੇ ਉਧਰ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਦੀ ਰੋਹਿਲੇ ਨਗਰ ਵਿਖੇ ਵੱਡੇ ਸਿੱਖਾਂ ਨੂੰ, ਸੇਵਾਦਾਰਾਂ ਨੂੰ, ਕਾਰੀਗਰਾਂ ਨੂੰ ਲਾ ਕੇ ਨਗਰ ਦੀ ਉਸਾਰੀ ਪੇ ਕਰਦੇ ਨੇ। ਜਿੱਥੇ ਘਰਾਂ ਦੀ ਉਸਾਰੀ ਕਰਦੇ ਨੇ, ਕਿਲੇ ਦੀ ਉਸਾਰੀ ਕਰਦੇ, ਉੱਥੇ ਗਲੀਆਂ ਨਾਲਿਆਂ ਦੀ ਇਹ ਜਿਹੜੀਆਂ ਵਸਤੂਆਂ, ਇਹ ਜਿਹੜੇ ਕਾਰਜ ਆਉਣ ਵਾਲੇ ਨੇ, ਕੰਮ ਆਉਣ ਵਾਲੇ ਨੇ, ਰੋਜ਼ਾਨਾ ਦੀ ਰੋਜ਼ਮਰਾ ਦੀ ਜ਼ਿੰਦਗੀ ਅੰਦਰ ਜੋ ਜੋ ਵਿਚਾਰਾਂ ਨਗਰ ਵਾਸਤੇ ਚਾਹੀਦੀਆਂ ਨੇ ਉਹ ਸਤਿਗੁਰ ਦੀ ਮੁਹੱਈਆ ਕਰਵਾ ਰਹੇ ਨੇ। ਕਾਰੀਗਰਾਂ ਨੂੰ ਕਹਿ ਕੇ ਵੱਡੇ ਪੱਧਰ ਦੇ ਉੱਤੇ ਉਹ ਸਤਿਗੁਰ ਜੀ ਉਸਾਰੀ ਕਰਵਾ ਰਹੇ ਨੇ। ਤੇ ਇਦਾਂ ਚੱਲਦੇ ਚੱਲਦੇ ਗੁਰੂ ਪਿਆਰਿਓ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਹੋਈ ਹੈ। ਕਹਿੰਦੇ ਵਿਸ਼ਵਕਰਮਾ ਵੀ ਜਿਹੜਾ ਕਿ ਕਾਰੀਗਰਾਂ ਦਾ ਵੱਡਾ ਕਹਿੰਦੇ ਮੇਨ, ਬਹੁਤ ਵੱਡਾ ਮੇਨ ਦੇਵਤਾ ਮੰਨਿਆ ਜਾਂਦਾ ਕਾਰੀਗਰਾਂ ਦਾ, ਉਹ ਦੇਵਤਾ ਵੀ ਕਹਿੰਦੇ ਇਨਸਾਨੀ ਰੂਪ ਧਾਰਨ ਕਰਕੇ ਸਤਿਗੁਰੂ ਜੀ ਦੇ ਸਨਮੁਖ ਪਹੁੰਚਿਆ। ਤੇ ਸਤਿਗੁਰੂ ਜੀ ਦੇ ਸਨਮੁਖ ਪਹੁੰਚ ਕੇ ਉਹਨੇ ਵੀ ਇਨਸਾਨੀ ਰੂਪ ਧਾਰਨ ਕਰਕੇ ਸਤਿਗੁਰੂ ਜੀ ਦੇ ਸਨਮੁਖ ਪਹੁੰਚ ਕੇ
ਬੇਅੰਤ ਸੇਵਾਵਾਂ ਨਿਭਾ ਰਹੇ ਆ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਪ੍ਰਾਪਤ ਕਰਦੇ ਆ ਤੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਆਪਣੇ ਸੇਵਾ ਦੇ ਵਿੱਚ ਲੱਗਣ ਦੀ ਵਿਚਾਰ, ਸੇਵਾ ਦੇ ਵਿੱਚ ਜੁੜਨ ਦੀ ਬੇਨਤੀ ਕਰਦੇ ਆ ਤੇ ਬੜੇ ਆਦਰ ਸਤਿਕਾਰ ਦੇ ਨਾਲ ਸਤਿਗੁਰੂ ਜੀ ਨੇ ਨੂੰ ਹੁਕਮ ਕੀਤਾ ਕਿ ਠੀਕ ਹੈ ਭਾਈ, ਉਹ ਆਪਣਾ ਜੀਵਨ ਸਫਲਾ ਕਰਨਾ ਚਾਹੁੰਦਾ ਗੁਰੂ ਨਾਨਕ ਦੇ ਦਰਕਾਰ ਦੀ ਸੇਵਾ ਕਰਕੇ। ਇੰਜ ਕਰੀ ਜੋ ਵੀ ਸੇਵਾ ਆਪਣੇ ਹੱਥੀਂ ਕਰਵਾ, ਜੋ ਵੀ ਮਾਇਆ ਦਾ ਖਰਚ ਹੈ ਉਹ ਸਾਥੋਂ ਪ੍ਰਾਪਤ ਕਰਕੇ ਸੰਗਤਾਂ ਨੂੰ, ਸੇਵਕਾਂ ਨੂੰ ਨਾਲ ਲੈ ਕੇ ਸਾਰੇ ਨਗਰ ਦੀ ਉਸਾਰੀ ਕਰਵਾ। ਤੇ ਇਦਾਂ ਕਰਕੇ ਵਿਸ਼ਵਕਰਮਾ ਕਹਿੰਦੇ ਉਹਨੇ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਜਿੰਨੀ ਵੀ ਨਗਰ ਦੀ ਉਸਾਰੀ ਬੜੀ ਇਮਾਨਦਾਰੀ ਦੇ ਨਾਲ ਸਤਿਗੁਰੂ ਦੀ ਹੁਕਮ ਦੇ ਅਨੁਸਾਰ ਕਰਵਾ ਰਿਹਾ ਤੇ ਸੰਗਤ ਵੀ ਬੜੀ ਖੁਸ਼ ਹੈ। ਸਤਿਗੁਰੂ ਜੀ ਨਵੇਂ ਨਗਰ ਦੀ ਉਸਾਰੀ ਪੇ ਕਰਦੇ ਨੇ, ਇੱਥੇ ਨਗਰ ਵਸਾਉਣਾ ਚਾਹੁੰਦੇ ਨੇ ਛੇਵੇਂ ਪਾਤਸ਼ਾਹ। ਉਸ ਵੇਲੇ ਕਹਿੰਦੇ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਕਰ ਰਹੇ ਸਨ ਤੇ ਕਿਸੇ ਸਿੱਖ ਨੇ ਆ ਕੇ ਦੱਸਿਆ, ਕਹਿੰਦੇ ਸਤਿਗੁਰੂ ਜੀ ਬੀੜ ਨਗਰ ਤੋਂ ਚੱਲ ਕੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, 3 ਸਿੱਖ ਹੋਰਾਂ ਨਾਲ ਉਹ ਆਪ ਜੀ ਦੇ ਸਨਮੁਖ ਪਹੁੰਚੇ ਨੇ, ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਨੇ। ਆਪ ਜੀ ਕਿਰਪਾ ਕਰੋ, ਆ ਰਹੇ ਨੇ ਬਾਬਾ ਬੁੱਢਾ ਜੀ। ਤੇ ਜਦੋਂ ਸੁਣਿਆ ਸਤਿਗੁਰ ਛੇਵੇਂ ਪਾਤਸ਼ਾਹ ਜੀ ਨੇ ਕਿ ਬਾਬਾ ਬੁੱਢਾ ਜੀ ਆ ਰਹੇ ਨੇ, ਉਹ ਬਾਬਾ ਬੁੱਢਾ ਜੀ ਹੈ ਜਿਹੜੇ ਬਹੁਤ ਵੱਡੀ ਮਹਾਨ ਸ਼ਖਸੀਅਤ ਨੇ, ਜਿਹੜੇ ਕਿ ਗੁਰੂ ਨਾਨਕ ਦੇ ਮਾਰ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਗੁਰੂ ਨਾਨਕ ਦੇ ਦਰਕਾਰ ਦੇ ਨਾਲ ਜੁੜੇ ਨੇ। ਉਹਨਾਂ ਤੇ ਪੂਰਨ ਬਖਸ਼ਿਸ਼ ਰਹਿਮਤ ਹੈ। ਬ੍ਰਹਮ ਗਿਆਨੀ ਤੋਂ ਵੀ ਉੱਚ ਪਦਵੀ ਦੇ ਮਾਲਕ ਨੇ। ਬਾਬਾ ਬੁੱਢਾ ਜੀ ਪਹੁੰਚੇ ਨੇ, ਭਾਈ ਗੁਰਦਾਸ ਸਮੇਤ 3 ਸਿੱਖ ਹੋਰ ਨੇ। ਉਸ ਵੇਲੇ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਦੇ ਮਨ ਵਿੱਚ ਬੜੀ ਖੁਸ਼ੀ ਪ੍ਰਾਪਤ ਹੋਈ ਹੈ ਤੇ ਭਾਈ ਵਿਧੀ ਚੰਦ ਵਰਗੇ ਸਿੱਖਾਂ ਨੂੰ ਕਹਿ ਕੇ ਹੁਕਮ ਕੀਤਾ, ਕਹਿੰਦੇ ਭਾਈ ਵਿਧੀ ਚੰਦ ਜੀ ਤੁਸੀਂ ਇਉਂ ਕਰੋ, ਇਥੋਂ ਕਾਫੀ ਸਿੱਖ ਲੈ ਜਾਓ ਨਾਲ ਤੇ ਲੈ ਕੇ ਬਾਬਾ ਬੁੱਢਾ ਜੀ ਨੂੰ ਬੜੇ ਅਦਬ ਸਤਿਕਾਰ ਦੇ ਨਾਲ, ਉਹਨਾਂ ਦਾ ਸਤਿਕਾਰ ਕਰਦੇ ਹੋਏ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਲੈ ਕੇ ਆਓ ਸਾਡੇ ਸਨਮੁਖ। ਤੇ ਜਦੋਂ ਲੈ ਕੇ ਗਏ ਭਾਈ ਵਿਧੀ ਚੰਦ ਜੀ ਬਾਬਾ ਬੁੱਢਾ ਜੀ ਨੂੰ ਲੈਣ ਵਾਸਤੇ ਨਾਲ ਕਾਫੀ ਸਿੱਖ ਲੈ ਲਏ, ਘੋੜਸਵਾਰ ਲੈ ਲਏ। ਇਉਂ ਲੈਣ ਵਾਸਤੇ ਗਏ ਆ ਮਾਨੋ ਜਿਵੇਂ ਅਜੋਕੇ ਸਮੇਂ ਦੇ ਵਿੱਚ, ਹੁਣ ਦੇ ਸਮੇਂ ਦੇ ਵਿੱਚ ਆਪਾਂ ਕੋਈ ਮੰਤਰੀ, ਕੋਈ ਬਹੁਤਾ ਮੁੱਖ ਮੰਤਰੀ, ਉਹਨੂੰ ਸਤਿਕਾਰ ਦੇ ਨਾਲ ਲੈ ਕੇ ਉਹਦੇ ਗਲ ਵਿੱਚ ਹਾਰ ਪਾਉਂਦੇ, ਅਨੇਕ ਪ੍ਰਕਾਰ ਦਾ ਸਤਿਕਾਰ ਦਿੰਦੇ, ਰਿਸਪੈਕਟ ਪੈ ਕਰਨੇ ਆ। ਇਦਾਂ ਕਰਕੇ ਜਿਵੇਂ ਹੁਣ ਦੇ ਸਮੇਂ ਵਿੱਚ ਆਪਾਂ ਇਹ ਕਰਦੇ ਆ, ਇਦਾਂ ਕਰਕੇ ਬਾਬਾ ਬੁੱਢਾ ਜੀ ਦਾ ਉਸ ਸਮੇਂ ਇਤੋਂ ਵੀ ਵੱਧ ਕੇ ਚਾਉ ਕੀਤਾ, ਸਤਿਕਾਰ ਕੀਤਾ ਤੇ ਬਾਬਾ ਬੁੱਢਾ ਜੀ ਨੂੰ ਸਤਿਕਾਰ ਦੇ ਨਾਲ ਛੇਵੇਂ ਪਾਤਸ਼ਾਹ ਜੀ ਦੇ ਸਨਮੁਖ ਲੈ ਕੇ ਆ ਰਹੇ ਨੇ। ਤੇ ਉਸ ਵੇਲੇ ਗੁਰੂ ਪਿਆਰਿਓ ਬਾਬਾ ਬੁੱਢਾ ਜੀ ਨੂੰ ਸਤਿਕਾਰ ਦੇ ਨਾਲ ਲੈ ਕੇ ਹੌਲੀ ਹੌਲੀ ਚੱਲ ਕੇ ਪਿੱਛੇ ਪਿੱਛੇ ਭਾਈ ਵਿਧੀ ਚੰਦ ਜੀ ਆਪ ਹੈ ਅੱਗੇ ਅੱਗੇ ਕਰਕੇ, ਕਹਿੰਦੇ ਬਾਬਾ ਬੁੱਢਾ ਜੀ ਨੂੰ ਘੋੜੇ ਤੇ ਸਵਾਰੀ ਕਰਕੇ ਸਤਿਗੁਰ ਦੇ ਸਨਮੁਖ ਲੈ ਕੇ ਆਂਦਾ। ਤੇ ਜਦੋਂ ਸਤਿਗੁਰ ਜੀ ਤੇ ਬਾਬਾ ਬੁੱਢਾ ਜੀ ਆਪਸ ਦੇ ਵਿੱਚ ਆਮੋ ਸਾਹਮਣੇ ਹੋਏ ਨੇ, ਫੇਸ ਟੂ ਫੇਸ ਹੋਏ ਨੇ, ਤੇ ਉਸ ਵੇਲੇ ਬਾਬਾ ਬੁੱਢਾ ਜੀ ਨੇ ਸਤਿਗੁਰ ਛੇਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਤੇ ਨਮਸਕਾਰ ਕਰਨਾ ਚਾਹੀਏ। ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨਿਮਰਤਾ ਸਹਿਤ ਕਹਿਣ ਲੱਗੇ, ਨਹੀਂ ਬਾਬਾ ਜੀ ਤੁਸੀਂ ਬਹੁਤ ਵੱਡੇ ਸਤਿਕਾਰ ਯੋਗ ਹੋ। ਇੱਕ ਤੇ ਗੁਰੂ ਨਾਨਕ ਦੇ ਮਾਰ ਦੇ ਸਮੇਂ ਦੇ ਤੁਸੀਂ ਗੁਰੂ ਨਾਨਕ ਦੇ ਦਰਕਾਰ ਵਿੱਚ ਜੁੜੇ ਹੋ, ਤੁਹਾਡੇ ਵੱਡੇ ਭਾਗ ਨੇ ਜਿਨ੍ਹਾਂ ਨੇ ਹੁਣ ਤੱਕ 5 ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ, 6ਵੇਂ ਸਾਡੇ ਦਰਸ਼ਨ ਕੀਤੇ ਨੇ।
ਤੁਸੀਂ ਵੱਡੇ ਹੋ, ਸਤਿਕਾਰਯੋਗ ਹੋ, ਤੁਸੀਂ ਸਾਡੇ ਸਨਮੁਖ ਏਦਾਂ ਨਮਸਕਾਰ ਨਾ ਕਰੋ। ਨਮਸਕਾਰ ਤੇ ਸਾਡੀ ਬਣਦੀ ਹੈ। ਤੇ ਫਿਰ 6ਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਵੀ ਨਮਸਕਾਰ ਕੀਤੀ ਬਾਬਾ ਬੁੱਢਾ ਜੀ ਨੂੰ। ਉਸ ਵੇਲੇ ਬੜੇ ਸਤਿਕਾਰ ਦੇ ਨਾਲ ਬਾਬਾ ਬੁੱਢਾ ਜੀ ਨੂੰ ਆਪਣੇ ਸਿੰਘਾਸਨ ਤੇ ਲੈ ਕੇ ਸਤਿਗੁਰ 6ਵੇਂ ਪਾਤਸ਼ਾਹ ਜੀ ਨਾਲ ਬਰੋਬਰ ਬਿਠਾ ਦਿੱਤਾ। ਜਲ ਪਾਣੀ ਛਕਾਇਆ ਗਿਆ, ਬੜਾ ਸਤਿਕਾਰ ਕੀਤਾ ਗਿਆ, ਸੁਖ ਸ਼ਾਂਤ ਪੁੱਛੀ ਗਈ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਹੋਈ ਆ। ਉਸ ਵੇਲੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਔਰ 3 ਸਿੱਖ ਹੋਰ ਹੈ, ਉਹਨਾਂ ਸਮੇਤ ਪਹੁੰਚੇ ਨੇ। ਬੜਾ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਪ੍ਰਾਪਤ ਹੋਈ, ਖੁਸ਼ੀਆਂ ਪ੍ਰਾਪਤ ਹੋਈਆਂ ਨੇ, ਆਨੰਦ ਮੰਗਲ ਹੋਏ ਨੇ। ਤੇ ਉਸ ਵੇਲੇ ਗੁਰੂ ਪਿਆਰਿਓ ਕਹਿੰਦੇ ਇਤਨੇ ਸਮੇਂ ਦੇ ਵਿੱਚ ਵਿਸ਼ਵਕਰਮਾ ਜਿਹੜਾ ਇਨਸਾਨੀ ਰੂਪ ਧਾਰਨ ਕਰਕੇ, ਕਾਰੀਗਰ ਦਾ ਰੂਪ ਧਾਰਨ ਕਰਕੇ ਪਹੁੰਚਿਆ ਸੀ, ਉਹਨੇ ਆ ਕੇ ਸੁਨੇਹਾ ਦਿੱਤਾ ਸਤਿਗੁਰੂ ਜੀ ਨਗਰ ਦੀ ਉਸਾਰੀ ਕਰ ਦਿੱਤੀ ਗਈ ਆ। ਆਪ ਜੀ ਕਿਰਪਾ ਕਰੋ, ਇਸ ਨਗਰ ਦੇ ਵਿੱਚ ਘੁੰਮ ਕੇ ਫਿਰ ਕੇ ਦੇਖ ਲਓ, ਜੇਕਰ ਕੋਈ ਕੰਮ ਅਧੂਰਾ ਰਹਿ ਗਿਆ ਤੇ ਅਸੀਂ ਦੇਖ ਕੇ ਕਹਿੰਦੇ ਕਾਰਜ ਉਹ ਕਰ ਦੇਵਾਂਗੇ ਆਪ ਦੇ ਹੁਕਮ ਦੇ ਅਨੁਸਾਰ। ਤੇ ਕਹਿੰਦੇ ਜਦੋਂ ਇਦਾਂ ਇਹ ਬਾਬਾ ਬੁੱਢਾ ਜੀ ਸਮੇਤ ਸਤਿਗੁਰੂ ਜੀ ਨੇ ਵੀ ਵਿਚਾਰ ਕੀਤੀ, ਕਹਿੰਦੇ ਚਲੋ ਬਾਬਾ ਜੀ ਨਗਰ ਦਾ ਜਾਇਜ਼ਾ ਲਿਆ ਜਾਵੇ, ਦੇਖਿਆ ਜਾਵੇ ਨਗਰ ਦੇ ਵਿੱਚ ਕੋਈ ਕਮੀ ਤੇ ਨਹੀਂ ਰਹਿ ਗਈ ਉਸਾਰੀ ਦੇ ਵਿੱਚ। ਤੇ ਬਾਬਾ ਬੁੱਢਾ ਜੀ ਸਮੇਤ ਭਾਈ ਗੁਰਦਾਸ ਜੀ ਦੇ ਨਾਲ 6ਵੇਂ ਪਾਤਸ਼ਾਹ ਸਤਿਗੁਰੂ ਜੀ ਭਾਈ ਵਿਧੀ ਚੰਦ ਸਮੇਤ ਨਗਰ ਦੇ ਵਿੱਚ ਪਰਿਕਰਮਾ ਕਰਕੇ ਦੇਖ ਰਹੇ ਨੇ, ਕੋਈ ਕਮੀ ਤੇ ਨਹੀਂ ਰਹਿ ਗਈ। ਸਤਿਗੁਰੂ ਜੀ ਨਾਲ ਤੁਰੇ ਜਾ ਰਹੇ ਨੇ, ਤੁਰਦੇ ਤੁਰਦੇ ਦੇਖਦੇ ਆ ਕਿ ਜੋ ਨਗਰ ਦੇ ਵਿੱਚ ਵਸਤੂਆਂ ਚਾਹੀਦੀਆਂ ਸਨ ਉਹ ਸਾਰੀਆਂ ਨੇ ਪ੍ਰਾਪਤ ਹੋਈਆਂ ਨੇ। ਤੁਰਦੇ ਤੁਰਦੇ ਕਹਿੰਦੇ ਇੱਕ ਅਸਥਾਨ ਤੇ ਪਹੁੰਚੇ ਨੇ ਜਿੱਥੇ ਕਿ ਬਹੁਤ ਵਧੀਆ ਢੰਗ ਦੇ ਨਾਲ ਮਸੀਤ ਤਿਆਰ ਕੀਤੀ ਗਈ ਆ, ਮਸੀਤ ਬਣਾਈ ਆ, ਜਿੱਥੇ ਮੁਸਲਮਾਨ ਵੀਰ ਆਪਣੇ ਧਰਮ ਦੇ ਸੰਬੰਧ ਦੇ ਵਿੱਚ ਕਹਿੰਦੇ ਉੱਥੇ ਕਲਮਾ ਪੜਿਆ ਕਰਨਗੇ, ਆਪਣੀ ਨਮਾਜ਼ ਪੜਿਆ ਕਰਨਗੇ। ਤੇ ਉਹ ਜਦੋਂ ਮਸੀਤ ਬਣਾਈ ਤੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਉੱਥੇ ਰੁਕ ਗਏ ਸਤਿਗੁਰੂ ਸਮੇਤ। ਉਹਨਾਂ ਨੇ 6ਵੇਂ ਪਾਤਸ਼ਾਹ ਸਤਿਗੁਰੂ ਜੀ ਦੇ ਇਸ ਵਿਚਾਰ ਨੂੰ ਦੇਖ ਕੇ ਬੜਾ ਆਨੰਦ ਪ੍ਰਾਪਤ ਕੀਤਾ। ਸਤਿਗੁਰੂ ਜੀ ਮਸੀਤ ਕਿਵੇਂ ਉਸਾਰੀ ਹੈ, ਇਹਦਾ ਭਾਵ ਕੀ ਹੈ? ਉਸ ਵੇਲੇ ਸਤਿਗੁਰ 6ਵੇਂ ਪਾਤਸ਼ਾਹ ਜੀ ਨੇ ਘੇਰੜ ਦੀ ਜਿਹੜੀ ਵਿਚਾਰ ਸੀ ਪਾਪੀ ਦੁਸ਼ਟ ਦੀ, ਉਹ ਸਾਰੀ ਗੱਲ ਦੱਸੀ। ਇਦਾਂ ਕਰਕੇ ਕਹਿੰਦੇ ਉਹਨੇ ਘੇਰੜ ਨੇ ਸਾਡੇ ਨਾਲ ਵਿਰੋਧ ਕੀਤਾ, ਵੈਰ ਕੀਤਾ। ਤੇ ਉਹ ਜਦੋਂ ਮਰਿਆ ਉਹਦੇ ਪੁੱਤਰ ਨੇ 15,000 ਦੀ ਫੌਜ ਲਿਆ ਕੇ ਸਾਡੇ ਸਿਰ ਚਾੜ ਦਿੱਤੀ। ਤੇ ਅਕਾਲ ਪੁਰਖ ਪ੍ਰਮਾਤਮਾ ਦੀ ਕਿਰਪਾ ਨਾਲ 15,000 ਦੀ ਫੌਜ ਅਸੀਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤੀ। ਤੇ ਬਾਅਦ ਵਿੱਚ ਅਸੀਂ ਵਿਚਾਰ ਕੀਤੀ, ਕਹਿੰਦੇ ਉਹਦੇ ਜਿਹੜੇ ਆਉਣ ਵਾਲੀ ਪੀੜ੍ਹੀ ਆ ਉਹ ਰੌਲਾ ਨਾ ਪਾਉਣ ਕਿ ਸਾਡੇ ਵਡੇਰਿਆਂ ਦੀ ਜ਼ਮੀਨ ਹੈ, ਤਾਂ ਅਸੀਂ ਉਹ ਰੌਲੇ ਨੂੰ ਮੁਕਾਉਣ ਵਾਸਤੇ ਪੱਕੇ ਤੌਰ ਤੇ ਮਸੀਤ ਬਣਾ ਦਿੱਤੀ ਕਿ ਉਹਨਾਂ ਦਾ ਨਾਮ ਵੀ ਵਿੱਚ ਰੱਖ ਲਿਆ ਇਸ ਨਗਰ ਦੇ ਵਿੱਚ। ਇਹ ਸਾਂਝੇ ਤੌਰ ਤੇ ਅਸੀਂ ਇੱਥੇ ਮੋਹਰ ਲਾ ਦਿੱਤੀ। ਤੇ ਸਤਿਗੁਰ 6ਵੇਂ ਪਾਤਸ਼ਾਹ ਜੀ ਦੀ ਇਹ ਜਦੋਂ ਵਿਚਾਰ ਸੁਣੀ ਹੈ, ਬੜੇ ਆਨੰਦ ਹੋਏ, ਬੜੇ ਖੁਸ਼ ਹੋਏ ਨੇ। ਸਤਿਗੁਰੂ ਜੀ ਇਹ ਆਪ ਜੀ ਦਾ ਜਿਹੜਾ ਵਿਚਾਰ ਹੈ, ਸੋਚ ਹੈ, ਬਹੁਤ ਵੱਡੀ ਉੱਚੀ ਮਹਾਨਤਾ ਵਾਲੀ ਸੋਚ ਹੈ। ਤੇ ਅੱਜ ਵੀ ਕਹਿੰਦੇ ਉਸ ਨਗਰ ਦੇ ਵਿੱਚ ਉਹ ਮਸੀਤ ਮੌਜੂਦ ਹੈ, ਆਪ ਸੰਗਤ ਦਰਸ਼ਨ ਕਰ ਸਕਦੇ ਹੋ। ਅੱਜ ਵੀ ਉਹ ਸਤਿਗੁਰ ਦੇ ਸਮੇਂ ਦੀ ਮਸੀਤ ਬਣਾਈ ਹੋਈ ਮੌਜੂਦ ਹੈ। ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਹੋਈ ਹੈ। ਉਸ ਵੇਲੇ ਸਤਿਗੁਰੂ ਜੀ ਬਾਬਾ ਬੁੱਢਾ ਜੀ ਸਮੇਤ ਆਪਣੇ ਨਿਵਾਸ ਸਥਾਨ ਤੇ ਗਏ, ਜਿੱਥੇ ਸਤਿਗੁਰੂ ਜੀ ਵਾਸਤੇ ਸੁੰਦਰ ਨਿਵਾਸ ਸਥਾਨ ਬਣਾਇਆ ਗਿਆ, ਜਿੱਥੇ ਬਹੁਤ ਵਧੀਆ ਕਾਰਾਗਰੀ ਕੀਤੀ ਗਈ ਹੈ। ਹੀਰੇ ਜੜੇ ਗਏ ਨੇ, ਸੁੰਦਰ
सोने की कारागरी की गई है। ते सतगुरु जी की कृपा रहमत हुई, बाबा बुढ़ा जी समेत सतगुरु जी उत्थे पहुंचे ते रात पई। कहंदे बाबा बुढ़ा जी नूं उत्थे आराम करन वास्ते वधिया सुंदर आसन ला दिता गया। ते छेवें पातशाह जी ने सिखां तो कहा, कहंदे बाबा बुढ़ा जी की सेवा दे विच जो भी वस्तु चाहिदी, जो भी धन दौलत चाहिदा लिओ, पर कोई सेवा दे विच कमी नहीं होनी चाहिदी। बाबा बुढ़ा जी गुरु नानक दे दर करदे सेवक ने, ग्रंथी ने, गुरु ग्रंथ साहिब महाराज दी सेवा करन वाले ने, ते इन्हां दा अदब सत्कार करना बनदा है। पूर्ण तौर ते सत्कार करो, जो जो वस्तु चाहिदी है वो साधु प्राप्त करके इन्हां दे सत्कार विच कोई कमी ना आवे। ਇਹ ਬਚਨ ਉਚਾਰਨ ਕੀਤੇ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਨੇ। ਕਿੱਡਾ ਵੱਡਾ ਰੁਤਬਾ, ਕਿੱਡੀ ਵੱਡੀ ਰਿਸਪੈਕਟ ਕੀਤੀ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ। ਕਹਿੰਦੇ ਗੁਰੂ ਨਾਨਕ ਦੇ ਦਰ ਕਰਦੇ ਸੇਵਾਦਾਰ ਹੈ, ਗ੍ਰੰਥੀ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਜ਼ੀਰ ਹਨ, ਇਹਨਾਂ ਦਾ ਪੂਰਨ ਸਤਿਕਾਰ ਕੀਤਾ ਜਾਵੇ। ਬਹੁਤ ਵਧੀਆ ਸੁੰਦਰ ਸਪੈਸ਼ਲ ਤੌਰ ਤੇ ਉਹਨਾਂ ਨੂੰ ਮਕਾਨ ਬਣਾ ਕੇ ਦਿੱਤਾ ਨਿਵਾਸ ਸਥਾਨ ਵਾਸਤੇ। बहुत आओ भगत की गई, सतगुरु जी की कृपा रहमत वरती। इन्ना करके सतगुरु जी रोहेले नगर वेखे वो बख्शिशां रहमतां बरता रहे सन। ते इतने समय नूं सतगुरु जी दीवान सजा करके बैठे ने। ते अचनचेत उस वेले भाई विधि चंद ने सतगुरु जी दे सन्मुख बेनती की। नाल ही बाबा बुढ़ा जी विराजमान, भाई गुरदास जी विराजमान है। ਜਦੋਂ ਦੀਵਾਨ ਸਜਾ ਕੇ ਬੈਠੇ ਤੇ ਭਾਈ ਵਿਧੀ ਚੰਦ ਦੇ ਮਨ ਦੇ ਵਿੱਚ ਫੁਰਨ ਆਇਆ, ਸਤਿਗੁਰੂ ਜੀ ਇਸ ਨਗਰ ਦਾ ਨਾਮ ਕੋਈ ਨਵਾਂ ਨਾਮ ਰੱਖੋ, ਵਧੀਆ ਜਿਹਾ ਨਾਮ ਰੱਖੋ, ਰੋਹੇਲਾ ਨਗਰ ਤੋਂ ਹੁਣ ਕੋਈ ਵਧੀਆ ਜਿਹਾ ਨਾਮ ਰੱਖੋ, ਆਪ ਜੀ ਕਿਰਪਾ ਕਰੋ। ਤੇ ਉਸ ਵੇਲੇ ਬਾਬਾ ਬੁੱਢਾ ਜੀ ਸਨਮੁਖ ਬੈਠੇ ਸਨ। ਛੇਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦਾ ਸਤਿਕਾਰ ਕਰਦੇ ਹੋਏ ਬਚਨ ਉਚਾਰਨ ਕੀਤੇ, ਬਾਬਾ ਜੀ ਤੁਸੀਂ ਮਹਾਨ ਹੋ, ਵੱਡੇ ਹੋ, ਤੁਸੀਂ ਕਿਰਪਾ ਕਰੋ ਇਹ ਨਗਰ ਦਾ ਨਾਮ ਕੀ ਰੱਖੀਏ। ਉਸ ਵੇਲੇ ਬਾਬਾ ਬੁੱਢਾ ਜੀ ਨੇ ਬਚਨ ਉਚਾਰਨ ਕੀਤੇ, ਸਤਿਗੁਰੂ ਜੀ ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ, ਆਪਣੇ ਨਗਰ ਵਸਾਉਣਾ ਕੀਤੇ। ਦੂਜੇ ਪਾਤਸ਼ਾਹ ਜੀ ਨੇ ਆਪ ਬਖਸ਼ਿਸ਼ ਰਹਿਮਤ ਕੀਤੀ ਹੈ। ਕਹਿੰਦੇ ਕਰਤਾਰਪੁਰ ਦੀ ਧਰਤੀ ਵਸਾਈ ਗਈ, ਖਡੂਰ ਸਾਹਿਬ ਦੀ ਧਰਤੀ ਵਸਾਈ ਗਈ, ਗੋਇੰਦਵਾਲ ਦੀ ਧਰਤੀ ਵਸਾਈ ਗਈ। ਆਪ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ ਸਤਿਗੁਰੂ ਜੀ। ਅੰਮ੍ਰਿਤਸਰ ਦੀ ਧਰਤੀ ਵਸਾਈ ਗਈ। ਕਹਿੰਦੇ ਜਿਸ ਵੇਲੇ ਚੌਥੇ ਪਾਤਸ਼ਾਹ ਜੀ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਵਸਾਈ ਗਈ ਤੇ ਉਸ ਵੇਲੇ ਉੱਥੇ ਨਿਸ਼ਾਨੀ ਰੱਖੀ ਗਈ ਰਾਮਦਾਸਪੁਰ। ਉੱਥੇ ਸਤਿਗੁਰੂ ਜੀ ਦੀ ਕਿਰਪਾ ਹੋਈ, ਉਹਨਾਂ ਦੇ ਨਾਮ ਤੇ ਨਗਰ ਵਸਾਇਆ। ਤੇ ਆਪ ਜੀ ਕਿਰਪਾ ਕਰੋ, ਕਹਿੰਦੇ ਹੁਣ ਆਪਣੇ ਨਾਮ ਤੇ ਇਹ ਨਗਰ ਦਾ ਨਾਮ ਇਸੇ ਤਰ੍ਹਾਂ ਰੱਖੋ, ਆਪ ਬਖਸ਼ਿਸ਼ ਕਰੋ। ਤੁਸੀਂ ਵੀ ਇਹ ਨਗਰ ਦੀ ਉਸਾਰੀ ਕਰਵਾਈ ਆ, ਆਪ ਜੀ ਕਿਰਪਾ ਰਹਿਮਤ ਕਰੋ, ਇਹ ਨਗਰ ਦਾ ਨਾਮ ਆਪਣੇ ਨਾਮ ਤੇ ਰਖਵਾਓ। ਉਸ ਵੇਲੇ ਛੇਵੇਂ ਪਾਤਸ਼ਾਹ ਜੀ ਨੂੰ ਇਦਾਂ ਕਰਕੇ ਬਾਬਾ ਬੁੱਢਾ ਜੀ ਨੇ ਬਚਨ ਉਚਾਰਨ ਕੀਤੇ। ਤੇ ਫਿਰ ਬਾਅਦ ਵਿੱਚ ਉਸੇ ਤਰ੍ਹਾਂ ਕਹਿੰਦੇ ਸਤਿਗੁਰੂ ਜੀ ਦੀ ਕਿਰਪਾ ਹੋਈ, ਬਖਸ਼ਿਸ਼ ਰਹਿਮਤ ਹੋਈ। ਛੇਵੇਂ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਹੈ, ਕਹਿੰਦੇ ਨਗਰ ਦਾ ਨਾਮ ਕੀ ਰੱਖੀਏ, ਕੀ ਬਖਸ਼ਿਸ਼ ਰਹਿਮਤ ਹੋਵੇ। ਤੇ ਉਸ ਵੇਲੇ ਕਹਿਣ ਲੱਗੇ, ਕਹਿੰਦੇ ਆਪਦੇ ਦਾਦਾ ਗੁਰੂ ਰਾਮਦਾਸ ਜੀ ਨੇ ਵੇਖਿਆ ਕਿ ਜਿਨ੍ਹਾਂ ਦੀ ਵਡਿਆਈ ਸਾਰੇ ਗਾਇਨ ਕਰ ਰਹੇ ਨੇ, ਜਿਨ੍ਹਾਂ ਦੇ ਉੱਪਰ ਪੂਰਨ ਕਿਰਪਾ ਰਹਿਮਤ ਹੈ ਗੁਰੂ ਨਾਨਕ ਦੇ ਮਹਾਰਾਜ ਦੀ, ਤੇ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਹੀ ਬੁੱਧੀਵਾਨ ਸਨ, ਜਿਨ੍ਹਾਂ ਨੇ ਉਹਨਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਤੇ ਨਗਰ ਦਾ ਨਾਮ ਉਸਾਰਿਆ। ਉਹਨਾਂ ਵਿੱਚ ਇਸ ਨਗਰ ਦਾ ਨਾਮ ਰਾਮਦਾਸਪੁਰ ਰੱਖ ਦਿੱਤਾ ਗਿਆ। ਕਹਿੰਦੇ ਇਹੀ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਪ੍ਰਸਿੱਧ ਹੈ। ਸੰਸਾਰ ਵਿੱਚ ਪ੍ਰਸਿੱਧ ਹੋਣ ਕਰਕੇ ਇਸ ਨਾਮ ਨੂੰ ਹੁਣ ਸਾਰੇ ਜਾਣਦੇ ਨੇ। ਤੁਸੀਂ ਵੀ ਉਸੇ ਤਰ੍ਹਾਂ ਨਗਰ ਵਸਾਉਣਾ ਕੀਤਾ, ਉਸੇ ਤਰ੍ਹਾਂ ਨਗਰ ਦਾ ਨਾਮ ਹਰਗੋਬਿੰਦਪੁਰਾ ਰੱਖ ਦੇਣਾ ਕਰੋ। ਤੁਸੀਂ ਆਪ ਜੀ ਕਿਰਪਾ ਕਰੋ, ਕਹਿੰਦੇ ਨਗਰ ਦਾ ਨਾਮ ਹਰਗੋਬਿੰਦਪੁਰ ਰੱਖ ਦਿਓ, ਬਖਸ਼ਿਸ਼ ਕਰ ਦਿਓ। ਤੇ ਬਾਅਦ ਵਿੱਚ ਬਾਬਾ ਬੁੱਢਾ ਜੀ ਦੇ ਕਹਿਣ ਤੇ ਉਹ ਨਗਰ
ਰੋਹੇਲੇ ਨਗਰ ਦਾ ਨਾਮ ਹਰਗੋਬਿੰਦਪੁਰ ਰੱਖ ਦਿੱਤਾ ਗਿਆ। ਸਤਿਗੁਰ ਦੀ ਕਿਰਪਾ ਹੋਈ, ਜਿਹੜਾ ਕਿ ਬਹੁਤ ਪ੍ਰਚਲਿਤ ਹੋਇਆ। ਅਜੇ ਤੱਕ ਉਹ ਨਗਰ ਦਾ ਨਾਮ ਬਿਆਸਾ ਨਗਰ ਦੇ ਬਿਆਸਾ ਨਦੀ ਦੇ ਕਿਨਾਰੇ ਹਰਗੋਬਿੰਦਪੁਰਾ ਕਰਕੇ ਪ੍ਰਸਿੱਧ ਹੈ। ਸਤਿਗੁਰ ਦੀ ਕਿਰਪਾ ਰਹਿਮਤ ਵਰਤ ਰਹੀ ਹੈ। ਉੱਥੇ ਬਹੁਤ ਸੰਗਤਾਂ ਹੁੰਦੀਆਂ, ਸਤਿਗੁਰ ਦੇ ਪਾਵਨ ਪਾਕ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਦੀਆਂ ਤੇ ਮਨ ਕਰਕੇ ਸਤਿਗੁਰ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਨਤਮਸਤਕ ਹੁੰਦੀਆਂ ਪਈਆਂ ਨੇ। ਸਤਿਗੁਰ ਦੀ ਕਿਰਪਾ ਰਹਿਮਤ ਹੁੰਦੀ। ਅੱਜ ਵੀ ਜਾ ਕੇ ਦਰਸ਼ਨ ਕਰੀਏ ਤੇ ਮਨ ਇਉਂ ਕਰਦਾ ਕਿ ਸਤਿਗੁਰ ਜੀ ਅੱਜ ਵੀ ਉੱਥੇ ਵਿਰਾਜਮਾਨ ਹੈ। ਬਹੁਤ ਵਧੀਆ ਕੌਤਕ ਰਚਾ ਰਹੇ ਨੇ, ਬਖਸ਼ਿਸ਼ਾਂ ਰਹਿਮਤਾਂ ਕਰ ਰਹੇ ਨੇ, ਇਉਂ ਪ੍ਰਤੀਤ ਹੁੰਦਾ ਏ। ਤਾਂ ਤੇ ਆਓ ਪਿਆਰੀ ਸੰਗਤ ਜੀਓ, ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਸਤਿਗੁਰ ਜੀ ਕੀ ਵਿਚਾਰ ਕਰਦੇ ਬਾਬਾ ਬੁੱਢਾ ਜੀ ਦੇ ਨਾਲ ਤੇ ਕੀ ਰਹਿਮਤਾਂ ਵਰਤਾਉਂਦੇ ਨੇ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਸਤਿਗੁਰ ਜੀ